ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਜਨਮ ਹੋਇਆ ਤਾਂ ਉਸ ਸਮੇਂ ਸਵਾ ਪਹਿਰ ਰਾਤ ਰਹਿੰਦੀ ਸੀ। ਜਨਮ ਹੋਣ ਦੇ ਉਪਰੰਤ ਦਾਈ ਦੌਲਤਾ ਨੇ ਬਾਹਰ ਆ ਕੇ ਪਿਤਾ ਮਹਿਤਾ ਕਾਲੂ ਨੂੰ ਦੱਸਿਆ ਕਿ ਮਹਿਤਾ ਜੀ, ਮੇਰੇ ਹੱਥੋਂ ਬਹੁਤ ਸਾਰੇ ਬਾਲਕ ਪੈਦਾ ਹੋਏ ਹਨ, ਪਰ ਜੋ ਇਸ ਬਾਲਕ ਦੇ ਜਨਮ ਸਮੇਂ ਕ੍ਰਿਸ਼ਮਾ ਹੋਇਆ ਹੈ ਉਹ ਮੈਂ ਬਿਆਨ ਹੀ ਨਹੀਂ ਕਰ ਸਕਦੀ। ਇਸ ਬਾਲਕ ਨੇ ਮੈਨੂੰ ਬੜੀ ਹੈਰਾਨਗੀ ਵਿੱਚ ਪਾ ਦਿੱਤਾ ਹੈ। ਜਿੰਨੇ ਵੀ ਬੱਚੇ ਜਨਮ ਵੇਲੇ ਮੈਂ ਵੇਖੇ ਹਨ, ਸਭ ਇਸ ਸੰਸਾਰ ਵਿੱਚ ਰੋਂਦੇ ਆਉਂਦੇ ਹਨ, ਪਰ ਇਹ ਬਾਲਕ ਤਾਂ ਅਜੀਬ ਹੀ ਹੈ। ਇਹ ਜਨਮ ਵੇਲੇ ਇਸ ਤਰ੍ਹਾਂ ਹੱਸਿਆ ਹੈ ਜਿਵੇਂ ਵੱਡੇ ਸਿਆਣੇ ਹੱਸਦੇ ਹਨ, ਰੋਇਆ ਬਿਲਕੁਲ ਨਹੀਂ। ਮੈਂ ਅਜਿਹਾ ਜਨਮ ਤੇ ਅਜਿਹਾ ਬਾਲਕ ਕਦੇ ਨਹੀਂ ਵੇਖਿਆ। ਦਾਈ ਨੇ ਕਿਹਾ ਕਿ ਮੈਨੂੰ ਇਉਂ ਜਾਪਿਆ ਕਿ ਇਸ ਬੱਚੇ ਦੇ ਜਨਮ ਸਮੇਂ ਸਾਰੇ ਕਮਰੇ ਵਿੱਚ ਇੱਕ ਅਨੋਖਾ ਜਿਹਾ ਚਾਨਣ ਹੋ ਗਿਆ ਹੈ। ਕਮਰੇ ਵਿੱਚ ਇਉਂ ਜਾਪਦਾ ਸੀ ਜਿਵੇਂ ਦੁਪਹਿਰ ਦਾ ਸੂਰਜ ਚੜ੍ਹ ਪਿਆ ਹੈ ਅਤੇ ਸਾਰੇ ਘਰ ਵਿੱਚ ਸੁਗੰਧੀ ਫੈਲ ਗਈ ਸੀ। ਦਾਈ ਦੌਲਤਾ ਨੇ ਹੋਰ ਦੱਸਿਆ ਕਿ ਉਸ ਨੂੰ ਖੁਸ਼ੀ ਭਰੀਆਂ ਗੋਭੀ ਆਵਾਜ਼ਾਂ ਬਾਲਕ ਨੂੰ ਜੀ ਆਇਆਂ ਕਹਿੰਦੀਆਂ ਸੁਣਾਈ ਦਿੱਤੀਆਂ। ਉਸ ਦੇ ਸਿਰ ਦੁਆਲੇ ਇਲਾਹੀ ਜੋਤ ਦੇ ਚਾਨਣ ਦਾ ਚੱਕਰ ਸੀ। ਦਾਈ ਦੌਲਤਾ ਤਾਂ ਐਨੀ ਨਿਹਾਲ ਹੋਈ ਕਿ ਜਦ ਮਹਿਤਾ ਕਾਲੂ ਜੀ ਨੇ ਉਸ ਨੂੰ ਕੁਝ ਰੁਪਏ ਦੇਣੇ ਚਾਹੇ ਤਾਂ ਉਸਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਮੈਂ ਐਨੇ ਬੱਚਿਆਂ ਨੂੰ ਜਨਮ ਦਿਵਾਇਆ ਹੈ, ਅਜਿਹਾ ਕੋਈ ਬਾਲਕ ਨਹੀਂ ਵੇਖਿਆ ਜੋ ਹੌਲੇ-ਹੌਲੇ ਮੁਸਕਰਾ ਕੇ ਮੇਰੇ ਵੱਲ ਵੇਖੇ। ਇਸ ਬਾਲਕ ਦੇ ਦਰਸ਼ਨ ਕਰਕੇ ਮੈਨੂੰ ਪੈਸਿਆਂ ਦੀ ਕੋਈ ਭੁੱਖ ਨਹੀਂ ਰਹੀ। ਉਸ ਤੋਂ ਬਾਅਦ ਪਿਤਾ ਮਹਿਤਾ ਕਾਲੂ ਨੇ ਪਿੰਡ ਦੇ ਪੰਡਤ ਹਰਦਿਆਲ ਨੂੰ ਖਬਰ ਦਿੱਤੀ ਕਿ ਮੇਰੇ ਘਰ ਇੱਕ ਬਾਲਕ ਦਾ ਜਨਮ ਹੋਇਆ ਹੈ, ਤੁਸੀਂ ਆ ਕੇ ਉਸ ਦੀ ਜਨਮ ਪੱਤਰੀ ਲਿਖੋ। ਉਹਨਾਂ ਦਿਨਾਂ ਵਿੱਚ ਜਨਮ ਪੱਤਰੀ ਲਿਖਾਉਣ ਦਾ ਰਿਵਾਜ ਸੀ। ਪੰਡਤ ਨੇ ਕਿਹਾ, ਮਹਿਤਾ ਜੀ ਤੁਸੀਂ ਘਰ ਚੱਲੋ, ਮੈਂ ਨਹਾ ਧੋ ਕੇ ਆਉਂਦਾ ਹਾਂ। ਮਹਿਤਾ ਜੀ ਘਰ ਚਲੇ ਗਏ ਤਾਂ ਕੁਝ ਸਮੇਂ ਬਾਅਦ ਪੰਡਤ ਜੀ ਇਸ਼ਨਾਨ ਅਤੇ ਪਾਠ ਪੂਜਾ ਕਰਕੇ ਮਹਿਤਾ ਕਾਲੂ ਦੇ ਘਰ ਪਹੁੰਚ ਗਏ। ਪੰਡਤ ਜੀ ਨੇ ਮਹਿਤਾ ਕਾਲੂ ਨੂੰ ਆਖਿਆ, ਜਿਸ ਵੇਲੇ ਇਹ ਬਾਲਕ ਜਨਮਿਆ ਹੈ ਮੈਨੂੰ ਉਹ ਸਮਾਂ ਦੱਸੋ। ਇਹ ਵੀ ਦੱਸੋ ਕਿ ਜਦੋਂ ਬਾਲਕ ਨੇ ਜਨਮ ਲਿਆ ਹੈ ਉਸ ਵੇਲੇ ਇਸਨੇ ਕੀ ਸ਼ਬਦ ਬੋਲਿਆ ਹੈ, ਭਾਵ ਰੋਇਆ ਹੈ ਜਾਂ ਹੱਸਿਆ ਹੈ। ਦਾਈ ਦੌਲਤਾ ਨੇ ਆ ਕੇ ਸਾਰੀ ਵਾਰਤਾ ਪੰਡਤ ਹਰਦਿਆਲ ਨੂੰ ਦੱਸ ਦਿੱਤੀ। ਪੰਡਤ ਜੀ ਨੇ ਪਿਤਾ ਕਾਲੂ ਨੂੰ ਕਿਹਾ, ਮਹਿਤਾ ਜੀ ਇਸ ਦੇ ਜਨਮ ਦਾ ਸਮਾਂ ਅਤੇ ਦਾਈ ਦੌਲਤਾ ਦੇ ਬਿਆਨ ਮੁਤਾਬਕ ਇਹ ਸਿੱਟਾ ਨਿਕਲਦਾ ਹੈ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ ਹੈ। ਪੰਡਤ ਨੇ ਬਾਲਕ ਦੇ ਦਰਸ਼ਨ ਕਰਨ ਲਈ ਬੇਨਤੀ ਕੀਤੀ ਤਾਂ ਦਾਈ ਦੌਲਤਾ ਕਹਿਣ ਲੱਗੀ ਕਿ ਬੱਚਾ ਅਜੇ ਕੁਝ ਘੰਟਿਆਂ ਦਾ ਹੀ ਹੈ, ਨਾਜ਼ੁਕ ਹੈ, ਕਮਰੇ ਤੋਂ ਬਾਹਰ ਲਿਆਉਣਾ ਠੀਕ ਨਹੀਂ ਹੈ, ਸਿਹਤ 'ਤੇ ਅਸਰ ਪੈ ਸਕਦਾ ਹੈ। ਪਰ ਪੰਡਤ ਨੇ ਜਿੱਦ ਕੀਤੀ ਅਤੇ ਪੂਰੀ ਜ਼ਿੰਮੇਵਾਰੀ ਲਈ ਕਿ ਬਾਲਕ ਨੂੰ ਕੁਝ ਨਹੀਂ ਹੋਵੇਗਾ। ਦਾਈ ਦੌਲਤਾ ਕੱਪੜਿਆਂ ਵਿੱਚ ਲਪੇਟ ਕੇ ਬਾਲਕ ਨੂੰ ਬਾਹਰ ਪੰਡਤ ਜੀ ਪਾਸ ਲਿਆਈ। ਪੰਡਤ ਬੜਾ ਸੂਝਵਾਨ ਸੀ, ਦਰਸ਼ਨ ਕਰਦੇ ਹੀ ਨਿਹਾਲ ਹੋ ਗਿਆ ਅਤੇ ਦੋਵੇਂ ਹੱਥ ਜੋੜ ਕੇ ਬਾਲਕ ਨੂੰ ਨਮਸਕਾਰ ਕੀਤੀ। ਪੰਡਤ ਹਰਦਿਆਲ ਨੇ ਉਸ ਦੇ ਚਿਹਨ ਚੱਕਰ ਵੇਖ ਕੇ ਦੱਸਿਆ ਕਿ ਮਹਿਤਾ ਜੀ ਇਹ ਤੁਹਾਡਾ ਬਾਲਕ ਵੱਡੇ ਭਾਗਾਂ ਵਾਲਾ ਹੈ। ਇਸ ਵਿੱਚ ਸਾਰੇ ਹੀ ਲੱਛਣ ਸ਼ੁਭ ਪ੍ਰਤੀਤ ਹੁੰਦੇ ਹਨ। ਇਹ ਜਾਂ ਤਾਂ ਕੋਈ ਚੱਕਰਵਤੀ ਰਾਜਾ ਹੋਵੇਗਾ ਅਤੇ ਜਾਂ ਕੋਈ ਹੋਰ ਵੱਡਾ ਪੁਰਸ਼ ਜਿਸ ਦੇ ਸਰ 'ਤੇ ਛੱਤਰ ਝੂਲੇਗਾ। ਪੰਡਤ ਜੀ ਨੇ ਸੈਂਕੜੇ ਬਾਲਕ ਵੇਖੇ ਸਨ, ਪਰ ਇਸ ਬਾਲਕ ਵਿੱਚ ਉਸ ਨੂੰ ਅਜਿਹੇ ਨੂਰ ਦਾ ਜਲਵਾ ਨਜ਼ਰ ਆਇਆ ਜਿਸ ਨੇ ਜਗਤ ਨੂੰ ਚਾਨਣ ਦੇਣਾ ਸੀ ਅਤੇ ਜਿਸ ਨੇ ਸਭ ਜੀਵਾਂ ਨੂੰ ਪਿਤਾ ਪਰਮਾਤਮਾ ਦੇ ਦਰਬਾਰ ਦਾ ਰਾਹ ਵਿਖਾਉਣਾ ਸੀ। ਉਸ ਨੂੰ ਇਸ ਬਾਲਕ ਵਿੱਚ ਉਹ ਅਮਨ ਤੇ ਸ਼ਾਂਤੀ ਨਜ਼ਰ ਆਈ ਜਿਸ ਨੇ ਜਗਤ ਭਰ ਦੇ ਭੜਕ ਰਹੇ ਸੀਨਿਆਂ ਨੂੰ ਠੰਡ ਪਾਉਣੀ ਸੀ। ਪੰਡਤ ਜੀ ਨੇ ਵਧਾਈ ਦੇ ਕੇ ਕਿਹਾ, ਮਹਿਤਾ ਜੀ ਤੁਸੀਂ ਬੜੇ ਸੁਭਾਗੇ ਹੋ ਕਿ ਤੁਹਾਡੇ ਘਰ ਅਜਿਹੇ ਪੁੱਤਰ ਨੇ ਜਨਮ ਲਿਆ ਹੈ। ਇਹ ਅਦੁੱਤੀ ਬਾਦਸ਼ਾਹ ਹੋਵੇਗਾ, ਇਸ ਦਾ ਰਾਜ ਕਈ ਦੇਸ਼ਾਂ ਵਿੱਚ ਹੋਵੇਗਾ ਅਤੇ ਮਨੁੱਖ ਜਾਤੀ ਦੇ ਹਰ ਤਬਕੇ ਦੇ ਲੋਕ ਇਸ ਦੀ ਮਾਨਤਾ ਕਰਨਗੇ।
ਪੰਡਤ ਦੀਆਂ ਇਹ ਗੱਲਾਂ ਸੁਣ ਕੇ ਮਹਿਤਾ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਤ ਜੀ ਨੂੰ ਮਰਿਆਦਾ ਅਨੁਸਾਰ ਆਟਾ, ਗੁੜ, ਕੱਪੜਾ ਅਤੇ ਨਗਦ ਭੇਟਾਂ ਦੇ ਕੇ ਵਿਦਾ ਕੀਤਾ। ਸੋ ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖੋ।